ਅੱਜ 2 महीने हो गए ने ਕੰਮ ਚੱਲ ਰਿਹਾ ਪ੍ਰੋਪਰਟੀ ਟੈਕਸ ਦਾ ਮੇਰੇ ਖਿਆਲ ਨਾਲ ਰੀਸੈਂਟਲੀ ਸਟਾਰਟ ਕੀਤਾ ਇੱਥੇ ਕਾਉਂਸਲਰ ਸਾਹਿਬਾਨ ਨੂੰ ਨਹੀਂ ਪਤਾ ਇਹਨਾਂ ਨੂੰ ਮੀਟਿੰਗ ਸੱਦਣੀ ਚਾਹੀਦੀ ਪ੍ਰਸ਼ਾਸਨ ਨੂੰ ਸੱਦ ਕੇ ਉਹਨਾਂ ਕਾਉਂਸਲਰ ਸਾਹਿਬਾਨਾਂ ਨੂੰ ਦੱਸਣਾ ਚਾਹੀਦਾ ਕਿ ਅਸੈਸਮੈਂਟ ਜਿਹੜੀ ਪ੍ਰੋਪਰਟੀ ਟੈਕਸ ਅਸੈਸਮੈਂਟ ਚੱਲ ਰਹੀ ਹੈ ਉਹਦੇ ਵਿੱਚ ਆਹ ਚੀਜ਼ਾਂ ਹੋਣੀਆਂ ਨਵੇਂ ਚੁਣੇ ਹੋਏ ਹਾਊਸ ਨੂੰ ਸਿਰਫ ਇਹ ਬੇਨਤੀ ਕਰਦਾ ਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਹਰ ਗੱਲ ਸ਼ਹਿਰ ਵਾਸੀ ਦੀ ਤੁਸੀਂ ਹਾਊਸ 'ਚ ਰੱਖਣੀ ਕੋਈ ਪ੍ਰਧਾਨ ਚੁਣਿਆ ਜਾਵੇ ਖਰੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰੇ ਔਰ ਸਾਰਿਆਂ ਨੂੰ ਨਾਲ ਲੈ ਕੇ ਪੂਰੇ ਸ਼ਹਿਰ ਵਾਸੀਆਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਹੱਲ ਕਰੇ। ਨਕੋਦਰ ਦੇ ਵਿੱਚ 14 ਫਰਵਰੀ ਨੂੰ ਨਗਰ ਕੌਂਸਲ ਦੇ ਇਲੈਕਸ਼ਨ ਹੋਏ ਜਿਨ੍ਹਾਂ ਦਾ ਰਿਜ਼ਲਟ 19 ਫਰਵਰੀ ਨੂੰ ਆਇਆ ਜਿਸ ਦੇ ਵਿੱਚ 9 ਕਾਂਗਰਸ ਦੇ ਜੋ ਐਮਸੀ ਚੁਣੇ ਗਏ ਸਨ ਪਰ ਹਜੇ ਤੱਕ ਵੀ ਹਾਊਸ ਨਹੀਂ ਬਣਾਇਆ ਗਿਆ ਹਜੇ ਕੋਈ ਵੀ ਨਕੋਦਰ ਦਾ ਪ੍ਰਧਾਨ ਨਹੀਂ ਚੁਣਿਆ ਗਿਆ। ਇਹਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਇਸ ਦੇ ਸੰਬੰਧ ਵਿੱਚ ਸਾਡੇ ਨਾਲ ਨੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਅਦਿੱਤਿਆ ਪਟਾਰਾ ਜੀ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਦੇਖੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਅੱਜ 2 ਮਹੀਨੇ ਹੋ ਗਏ ਨੇ ਨਗਰ ਕੌਂਸਲਾਂ ਦੇ ਚੋਣਾਂ ਹੋਈਆਂ ਕੌਂਸਲਰ ਸਾਹਿਬਾਨ ਉਹਨਾਂ ਨੂੰ ਕਿਹੜਾ ਲੋਕਤੰਤਰ ਨੇ ਚੁਣ ਕੇ ਭੇਜ ਦਿੱਤਾ ਔਰ ਹਾਲਾਤ ਇੱਦਾਂ ਦੇ ਨੇ ਕਿ ਕਿਹੜੇ ਨਵੇਂ ਕੌਂਸਲਰ ਸਾਹਿਬਾਨ ਚੁਣੇ ਗਏ ਨੇ ਕਿਉਂਕਿ 100 ਤੋਂ ਬਾਅਦ ਕੌਂਸਲਰ ਗਿਣਿਆ ਜਾਂਦਾ ਹੈ ਉਹਨਾਂ ਕੋਲ ਆਪਣੇ ਹਸਤਾਖਰ ਕਰਨ ਦੀ ਪਾਵਰ ਨਹੀਂ। 2 ਮਹੀਨੇ ਲੋਕਾਂ ਨੇ ਜੋ ਸਫ਼ਰ ਕੀਤਾ ਉਹ ਜਾਂ ਲੋਕ ਜਾਣਦੇ ਨੇ ਜਾਂ ਉਹ ਚੁਣੇ ਨੁਮਾਇੰਦੇ ਜਾਣਦੇ। ਅਸੀਂ ਤਾਂ ਸਿਰਫ ਇਹੀ ਅਪੇਖਿਆ ਕਰਦੇ ਹਾਂ ਕਿ ਕਿਹੜਾ ਵੀ ਹਾਊਸ ਚੁਣ ਕੇ ਆਵੇ ਉਹ ਲੋਕਾਂ ਦੇ ਹਿੱਤਾਂ ਲਈ ਆਵੇ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕ ਨੇਕ ਸੋਚ ਲੈ ਕੇ ਸ਼ਹਿਰ ਦੇ ਵਿਕਾਸ ਲਈ ਆਪਣਾ ਕਿਹੜਾ ਕਦਮ ਚੁੱਕਣ। ਅਸੀਂ ਹਮੇਸ਼ਾ ਇਸ ਚੀਜ਼ ਨਾਲ ਰਹਾਂਗੇ ਔਰ ਸਾਡੀ ਨਿੱਜੀ ਤੌਰ ਤੇ ਸੋਚ ਹੈ ਕਿ ਜਿਸ ਵਕਤ ਪ੍ਰਧਾਨ ਬਣ ਜਾਂਦਾ ਹੈ ਉਸ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਉਹਨੂੰ ਹਰ ਚੀਜ਼ ਤੋਂ ਉੱਪਰ ਉੱਠ ਕੇ ਕਰਮ ਕਰਨਾ ਪੈਂਦਾ। ਇਹ ਨਹੀਂ ਵਕਤ ਦੇਖਣਾ ਪੈਂਦਾ ਕਿ ਸਵੇਰ ਹੈ ਜਾਂ ਰਾਤ ਹੈ। ਮੈਂ ਉਸ ਪਰਮਾਤਮਾ ਅੱਗੇ ਵੀ ਅਰਦਾਸ ਕਰਨਾ ਕਿ ਕਿਹੜਾ ਨਗਰ ਕੌਂਸਲ ਦਾ ਹਾਊਸ ਚੁਣਿਆ ਗਿਆ ਹੈ ਜਿਹੜਾ ਲੋਕਾਂ ਨੇ ਮੈਂਡੇਟ ਦਿੱਤਾ ਹੈ ਵਧੀਆ ਤਰੀਕੇ ਨਾਲ 5 ਸਾਲ ਸ਼ਹਿਰ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣ ਔਰ ਆਪਣੇ ਕੌਂਸਲਰ ਸਾਹਿਬਾਨਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿਕਾਸ ਦੇ ਵਿੱਚ ਆਪਣੀ ਪਹਿਲ ਕਦਮੀ ਕਰਦੇ ਹੋਏ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰੇ। ਬੜੀ ਛੋਟੀ ਜਿਹੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰੋਪਰਟੀ ਟੈਕਸ ਅਸੈਸਮੈਂਟ ਚੱਲ ਰਹੀ ਹੈ ਨਕੋਦਰ ਦੇ ਵਿੱਚ। ਇਸ ਸੰਬੰਧੀ ਮੈਂ ਮੌਜੂਦਾ ਸਰਕਾਰ ਦੇ ਕੌਂਸਲਰ ਸਾਹਿਬਾਨਾਂ ਨੂੰ ਪੁੱਛਿਆ ਕਿ ਤੁਹਾਡੇ ਨੋਟਿਸ ਹੈ ਕਿ ਨਵੀਂ ਅਸੈਸਮੈਂਟ ਪ੍ਰੋਪਰਟੀ ਅਸੈਸਮੈਂਟ ਚੱਲ ਰਹੀ ਹੈ ਜੇ ਸਾਨੂੰ ਤਾਂ ਪਤਾ ਨਹੀਂ ਪਰ ਪ੍ਰਸ਼ਾਸਨ ਅੱਗੇ ਔਰ ਮੌਜੂਦਾ ਸਰਕਾਰ ਅੱਗੇ ਵੀ ਬੇਨਤੀ ਕਰਦਾ ਕਿ ਦੇਖੋ ਲੋਕਾਂ ਦੇ ਚੁਣੇ ਕੌਂਸਲਰ ਨੇ ਇਹਨਾਂ ਨੂੰ ਇੱਕ ਵਾਰ ਕੌਨਫੀਡੈਂਸ 'ਚ ਲਓ ਇਹਨਾਂ ਨੂੰ ਦੱਸੋ ਕਿ ਪ੍ਰੋਪਰਟੀ ਟੈਕਸ ਅਸੈਸਮੈਂਟ ਕਿਹੜੀ ਚੱਲ ਰਹੀ ਆ ਉਹਦਾ ਕੀ ਤਰੀਕਾ ਹੈ। ਇਹ ਨਾ ਹੋਵੇ ਕਿ ਅਸੈਸਮੈਂਟ ਦੇ ਵਿੱਚ ਕਿਤੇ ਗਲਤ ਤਰੀਕੇ ਨਾਲ ਲੋਕਾਂ ਤੇ ਭਾਰ ਹੋਰ ਜ਼ਿਆਦਾ ਪੈ ਜਾਵੇ ਕਿਉਂਕਿ ਕੌਂਸਲਰ ਜਾਂ ਸਰਪੰਚ ਜਾਂ ਵਿਧਾਇਕ ਜਾਂ ਐਮਪੀ ਇਹ ਲੋਕਾਂ ਦੇ ਹਿੱਤਾਂ ਲਈ ਚੁਣੇ ਜਾਂਦੇ ਨੇ ਲੋਕ ਮਾਰੂ ਨੀਤੀਆਂ ਦੇ ਨਾਲ ਨਹੀਂ ਚੁਣੇ ਜਾਂਦੇ। ਮੈਂ ਤਾਂ ਸਿਰਫ ਔਰ ਸਿਰਫ ਇਹ ਕਹਿਣਾ ਚਾਹੁੰਦਾ ਰਾਜਾ ਉਹੀ ਹੁੰਦਾ ਹੈ ਜਿਹੜਾ ਲੋਕਾਂ ਦੇ ਹਿੱਤਾਂ ਲਈ ਸੋਚਦਾ ਹੈ। ਦੇਖੋ ਮਹਿਕਮੇ ਹੁੰਦੇ ਨੇ ਸਾਰੇ ਮਹਿਕਮੇ ਹੁੰਦੇ ਨੇ ਹਰ ਮਹਿਕਮਾ ਚਾਹੁੰਦਾ ਕਿ ਸਾਨੂੰ ਖਰੇ ਤਰੀਕੇ ਨਾਲ ਇਨਕਮ ਆਫ ਸੋਰਸਿਸ ਵਧਣ ਪਰ ਲੋਕ ਪਹਿਲਾਂ ਹੁੰਦੇ ਲੋਕਾਂ ਨੂੰ ਦੇਖਦੇ ਹੋਏ ਇਹ ਫੈਸਲੇ ਲੈਣੇ ਚਾਹੀਦੇ। ਅੱਜ 2 ਮਹੀਨੇ ਹੋ ਗਏ ਨੇ ਕੰਮ ਚੱਲ ਰਿਹਾ ਪ੍ਰੋਪਰਟੀ ਟੈਕਸ ਦਾ ਮੇਰੇ ਖਿਆਲ ਨਾਲ ਰੀਸੈਂਟਲੀ ਸਟਾਰਟ ਕੀਤਾ ਇੱਥੇ ਕਾਉਂਸਲਰ ਸਾਹਿਬਾਨ ਨੂੰ ਨਹੀਂ ਪਤਾ। ਇਹਨਾਂ ਨੂੰ ਮੀਟਿੰਗ ਸੱਦਣੀ ਚਾਹੀਦੀ ਪ੍ਰਸ਼ਾਸਨ ਨੂੰ ਸੱਦ ਕੇ ਉਹਨਾਂ ਕਾਉਂਸਲਰ ਸਾਹਿਬਾਨਾਂ ਨੂੰ ਦੱਸਣਾ ਚਾਹੀਦਾ ਕਿ ਅਸੈਸਮੈਂਟ ਜਿਹੜੀ ਪ੍ਰੋਪਰਟੀ ਟੈਕਸ ਅਸੈਸਮੈਂਟ ਚੱਲ ਰਹੀ ਹੈ ਉਹਦੇ ਵਿੱਚ ਆਹ ਚੀਜ਼ਾਂ ਹੋਣੀਆਂ ਨਹੀਂ ਪਤਾ। ਜਿਵੇਂ ਕਿ ਹੁਣ ਤੁਸੀਂ ਦੱਸਿਆ ਕਿ ਪ੍ਰੋਪਰਟੀ ਅਸੈਸਮੈਂਟ ਬਾਰੇ ਵੀ ਇਹਨਾਂ ਨੂੰ ਨਹੀਂ ਪਤਾ ਤੇ ਕਿੱਦਾਂ ਇਹ ਸਿਆਸਤ ਖੇਡੀ ਜਾਊਗੀ ਨਕੋਦਰ ਦੀ। ਦੇਖੋ ਸਿਆਸਤ ਖੇਲਣਾ ਇੱਕ ਬੜੀ ਛੋਟੀ ਚੀਜ਼ ਆਪਾਂ ਕਹਿ ਸਕਦੇ ਹਾਂ ਕਿ ਸਿਆਸਤ ਖੇਲਣਾ ਲੋਕ ਚਾਹੁੰਦੇ ਨੇ ਜੀ ਲੋਕਾਂ ਦੇ ਚੁਣੇ ਕੌਂਸਲਰ ਕਿਹੜੇ ਹੁੰਦੇ ਨੇ ਮੁਲਾਜ਼ਮ ਹੁੰਦੇ ਇਹਦੇ ਵਿੱਚ ਕੋਈ ਫੀਲਿੰਗਸ ਲੈਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਕਿ ਮੈਂ ਅੱਜ ਕਾਉਂਸਲਰ ਚੁਣਿਆ ਗਿਆ ਕਿ ਪਤਾ ਨਹੀਂ ਕਿੱਡੀ ਵੱਡੀ ਪਾਵਰ ਕੁਝ ਨਹੀਂ ਜੀ। ਲੋਕਤੰਤਰ ਤੋਂ ਉੱਪਰ ਕਿਹੜੀ ਚੀਜ਼ ਲੋਕਾਂ ਤੋਂ ਉੱਪਰ ਕੋਈ ਚੀਜ਼ ਨਹੀਂ। ਮੈਂ ਤਾਂ ਨਵੇਂ ਚੁਣੇ ਹੋਏ ਹਾਊਸ ਨੂੰ ਸਿਰਫ ਇਹ ਬੇਨਤੀ ਕਰਦਾ ਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ
ਹਰ ਗੱਲ ਸ਼ਹਿਰ ਵਾਸੀ ਦੀ ਤੁਸੀਂ ਹਾਊਸ 'ਚ ਰੱਖਣੀ। ਜਿੱਥੇ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਆ ਉੱਥੇ ਫਰੰਟ ਤੇ ਆ ਕੇ ਆਪਾਂ ਨੂੰ ਗੱਲ ਰੱਖਣੀ ਪਊਗੀ। ਇਹ ਨਾ ਦੇਖੋ ਕਿ ਅਸੀਂ ਮੌਜੂਦਾ ਸਰਕਾਰ 'ਚ ਚੁਣਿਆ ਨਕੂਦਰ ਸ਼ਹਿਰ ਵਾਸੀਆਂ ਨੇ ਤੁਹਾਨੂੰ, ਔਰ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ। ਮੈਂ ਉਮੀਦ ਕਰਦਾ ਕਿ ਪਰਮਾਤਮਾ ਅੱਗੇ ਵੀ ਅਰਦਾਸ ਕਰਦਾ ਜਿਹੜਾ ਹਾਊਸ ਕਿਹੜਾ ਵੀ ਪ੍ਰਧਾਨ ਚੁਣਿਆ ਜਾਵੇ ਉਹ ਖਰੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰੇ ਔਰ ਸਾਰਿਆਂ ਨੂੰ ਨਾਲ ਲੈ ਕੇ ਪੂਰੇ ਸ਼ਹਿਰ ਵਾਸੀਆਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਹੱਲ ਕਰਨ ਦੀ ਕੋਸ਼ਿਸ਼ ਕਰੇ। ਇਹ ਸਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼੍ਰੀ ਅਦਿੱਤਿਆ ਪਟਾਰਾ ਜੀ। ਇਹਨਾਂ ਨੇ ਕਿਹਾ ਕਿ ਜੋ ਵੀ ਪ੍ਰਧਾਨ ਬਣੇ ਉਹ ਨਕੋਦਰ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਲੈ ਕੇ ਚੱਲੇ। ਕੈਮਰਾਮੈਨ ਅਭੀ ਅਰੋੜਾ ਦੇ ਨਾਲ ਪਨੀਤ ਅਰੋੜਾ, ਨਕੋਦਰ।